ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਛੰਦ ਦੇ ਦੂਸਰੇ ਭਾਗ, ਜੋ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਸ਼ੁਰੂ ਕੀਤਾ ਸੀ, ਜੋ ਕੁਝ ਭਾਗ ਰਹਿ ਗਿਆ ਸੀ ਉਸ ਨੂੰ ਅਸੀਂ ਦੂਜਾ ਭਾਗ ਬਣਾ ਕੇ ਪੂਰਾ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਨ ਜਾ ਰਹੇ ਹਾਂ ਦੋਹਰਾ ਛੰਦ ਬਾਰੇ। ਦੋਹਰਾ ਮਾਤ੍ਰਿਕ ਛੰਦ ਹੈ। ਮਾਤ੍ਰਿਕ ਤੋਂ ਭਾਵ ਹੈ, ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਪਿਛਲੀ ਵੀਡੀਓ ਦੇ ਵਿੱਚ, ਕਿ ਜਿਸ ਛੰਦ ਦੇ ਵਿੱਚ ਮਾਤਰਾ ਗਿਣੀਆਂ ਜਾਂਦੀਆਂ ਹਨ ਉਹ ਮਾਤ੍ਰਿਕ ਛੰਦ ਹੈ। ਇਸ ਦੀਆਂ 2 ਤੁਕਾਂ ਹੁੰਦੀਆਂ ਹਨ ਅਤੇ 4 ਚਰਨ ਹੁੰਦੇ ਹਨ। ਜਿਵੇਂ ਪਹਿਲਾ ਚਰਨ ਹੈ, ਦੂਸਰਾ, ਤੀਸਰਾ ਅਤੇ ਚੌਥਾ ਚਰਨ ਭਾਵ ਵਿਸ਼ਰਾਮ, ਅਤੇ 24 ਮਾਤਰਾ ਹੁੰਦੀਆਂ ਹਨ ਇਸ ਦੇ ਵਿੱਚ। ਔਰ 24 ਮਾਤਰਾ ਦੇ ਨਾਲ ਵਿਸ਼ਰਾਮ ਜੋ ਹੈ 13+11 'ਤੇ ਆਉਂਦਾ ਹੈ। ਯਾਨੀ ਕਿ ਪਹਿਲੀ ਜੋ ਵਿਸ਼ਰਾਮ ਹੈ ਪੂਰਨ ਤੂੰ ਪਰਮਾਤਮਾ, ਦੂਸਰਾ ਵਿਸ਼ਰਾਮ ਘਟ ਘਟ ਰਿਹਾ ਸਮਾਏ 'ਤੇ, ਤੀਸਰਾ ਵਿਸ਼ਰਾਮ ਜਿਉਂ ਮਹਿੰਦੀ ਕੇ ਪਾਤ ਮੇਂ, ਅਤੇ ਚੌਥਾ ਵਿਸ਼ਰਾਮ ਜੋ ਹੈ ਲਾਲੀ ਲਖੀ ਨਾ ਜਾਏ ਦੇ ਅੰਤ 'ਤੇ ਆਉਂਦਾ ਹੈ। ਹੁਣ ਹੈ ਇਹਦੀਆਂ ਮਾਤਰਾਵਾਂ। ਪਹਿਲਾ ਵਿਸ਼ਰਾਮ ਜੋ ਹੈ 13 ਮਾਤਰਾ 'ਤੇ ਆਉਂਦਾ ਹੈ। ਜਿਵੇਂ ਦੱਸਿਆ ਸੀ ਕਿ ਲਘੂ ਅਤੇ ਗੁਰੂ ਮਾਤਰਾ। ਲਘੂ ਜੋ ਹੈ ਉਸ ਦਾ ਸਾਈਨ ਆਈ ਹੁੰਦਾ ਹੈ, ਚਿੰਨ੍ਹ, ਔਰ ਜੋ ਗੁਰੂ ਹੈ ਉਸ ਦਾ ਚਿੰਨ੍ਹ ਐਸ ਹੁੰਦਾ ਹੈ। ਸੋ ਇਸ ਤਰ੍ਹਾਂ ਹੁਣ ਅਸੀਂ ਮਾਤਰਾ ਲਾਵਾਂਗੇ। ਪੂਰਨ ਤੂੰ ਪਰਮਾਤਮਾ, ਪੱਪੇ ਨੂੰ ਦੁਲੈਂਕੜ ਹੈ, ਇਹਦੀ ਚਿੰਨ੍ਹ ਜੋ ਹੈ ਐਸ ਹੈ। ਫਿਰ ਮੁਕਤਾ ਹੈ ਰਾਰਾ ਅਤੇ ਨੰਨਾ, ਇੱਕ ਇੱਕ ਮਾਤਰਾ। ਤੂੰ ਦੇ ਵਿੱਚ ਗੁਰੂ ਮਾਤਰਾ, ਪੱਪਾ ਲਘੂ ਮਾਤਰਾ, ਰਾਰਾ ਲਘੂ ਮਾਤਰਾ, ਮੰਮੇ ਨੂੰ ਕੰਨਾ ਹੈ ਸੋ ਗੁਰੂ ਮਾਤਰਾ, ਤੱਤਾ ਲਘੂ, ਮੰਮੇ ਨੂੰ ਕੰਨਾ ਗੁਰੂ। ਇਹ ਹੋ ਗਈਆਂ 2 3 4 5 6 7 8 9 10 11 12 ਅਤੇ 13। ਪਹਿਲਾ ਵਿਸ਼ਰਾਮ 13 'ਤੇ ਆ ਗਿਆ। ਘਟ ਘਟ ਰਿਹਾ ਸਮਾਏ, ਘਟ ਘਟ ਦੇ ਵਿੱਚ ਦੋਵੇਂ ਗੁਰੂ ਲਘੂ ਹਨ, 2 ਮਾਤਰਾ। ਫਿਰ ਆ ਜਾਂਦਾ ਹੈ ਰਿਹਾ ਸਿਹਾਰੀ ਹੈ, ਲਘੂ ਮਾਤਰਾ ਹੋ ਗਈ, ਅਤੇ ਹਾਹੇ ਨੂੰ ਕੰਨਾ ਗੁਰੂ ਮਾਤਰਾ ਹੋ ਗਈ। ਸੱਸਾ ਲਘੂ, ਮੰਮੇ ਨੂੰ ਕੰਨਾ ਹੈ ਗੁਰੂ, ਅਤੇ ਈੜੀ ਨੂੰ ਸਿਹਾਰੀ ਹੈ ਲਘੂ। ਸੋ 1 2 3 4 5 6 7 8 9 10 ਅਤੇ 11, ਇਸ ਤਰ੍ਹਾਂ ਇਹਦੀਆਂ 11 ਮਾਤਰਾ ਹੋ ਗਈਆਂ। ਅਤੇ ਕੁੱਲ ਜੋ ਹੈ 13 ਜਮ੍ਹਾਂ 11 ਬਰਾਬਰ 24 ਮਾਤਰਾ ਜੋ ਹਨ ਇਸ ਦੀ ਪਹਿਲੀ ਤੁਕ ਵਿੱਚ ਹਨ, ਅਤੇ 24 ਮਾਤਰਾ ਹੀ ਦੂਸਰੀ ਤੁਕ ਦੇ ਵਿੱਚ ਹਨ। ਇਹ ਤੁਸੀਂ ਗਿਣ ਸਕਦੇ ਹੋ। ਇਸ ਤੋਂ ਅੱਗੇ ਆ ਜਾਂਦਾ ਹੈ ਸੋਰਠਾ ਛੰਦ। ਸੋਰਠਾ ਵੀ ਜੋ ਹੈ ਮਾਤ੍ਰਿਕ ਛੰਦ ਹੈ, ਔਰ ਧਿਆਨ ਦੇਣ ਯੋਗ ਨੁਕਤਾ ਹੈ ਕਿ ਇਹ ਦੋਹਰਾ ਛੰਦ ਦਾ ਬਿਲਕੁਲ ਉਲਟਾ ਰੂਪ ਹੈ। ਜੇਕਰ ਅਸੀਂ ਦੋਹਰਾ ਛੰਦ ਨੂੰ ਉਲਟਾ ਦਿੰਦੇ ਹਾਂ ਤਾਂ ਸੋਰਠਾ ਛੰਦ ਬਣ ਜਾਂਦਾ ਹੈ। ਮਾਤ੍ਰਿਕ ਛੰਦ ਹੈ, ਤੁਕਾਂ 2 ਹਨ, ਚਰਨ ਇਸ ਦੇ ਵਿੱਚ ਵੀ 4 ਹਨ, ਮਾਤਰਾ 24 ਹਨ, ਪਰ ਸਾਰਾ ਕੁਝ ਬਰਾਬਰ ਹੈ। ਉਲਟਾਉਣਾ ਕਿਵੇਂ ਹੈ? ਦੋਹਰਾ ਦੇ ਵਿੱਚ ਵਿਸ਼ਰਾਮ 13 ਜਮ੍ਹਾਂ 11 'ਤੇ ਆਉਂਦਾ ਹੈ, ਪਰ ਸੋਰਠਾ ਦੇ ਵਿੱਚ ਵਿਸ਼ਰਾਮ 11 ਜਮ੍ਹਾਂ 13 'ਤੇ ਆ ਜਾਂਦਾ ਹੈ। ਸੋਰਠਾ ਦੇ ਵਿੱਚ 13 ਜਮ੍ਹਾਂ 11 'ਤੇ ਦੋਹਰਾ ਦੇ ਵਿੱਚ, ਔਰ ਸੋਰਠਾ ਦੇ ਵਿੱਚ 11 ਜਮ੍ਹਾਂ 13 'ਤੇ। ਘਟ ਘਟ ਰਿਹਾ ਸਮਾਏ, ਮਾਤਰਾਵਾਂ ਅਸੀਂ ਪਿੱਛੇ ਲਗਾ ਚੁੱਕੇ ਹਾਂ। ਇਸ ਦੀਆਂ 11 ਮਾਤਰਾ ਨੇ। ਪੂਰਨ ਤੂੰ ਪਰਮਾਤਮਾ 13 ਮਾਤਰਾ ਹੋ ਗਈਆਂ, 13 ਜਮ੍ਹਾਂ 11 24। ਠੀਕ ਇਸੇ ਤਰ੍ਹਾਂ ਅਗਲੀ ਲਾਈਨ ਦੇ ਵਿੱਚ ਲਾਲੀ ਲਖੀ ਨਾ ਜਾਏ 11 ਮਾਤਰਾ, ਜਿਉਂ ਮਹਿੰਦੀ ਕੇ ਪਾਤ ਮੇਂ 13 ਮਾਤਰਾ, ਕੁੱਲ ਹੋ ਗਈਆਂ 24 ਮਾਤਰਾ। ਸੋ ਉਮੀਦ ਹੈ ਦੋਹਰਾ ਅਤੇ ਸੋਰਠਾ ਬਹੁਤ ਚੰਗੀ ਤਰ੍ਹਾਂ ਸਪਸ਼ਟ ਹੋ ਗਏ ਨੇ। ਅੱਗੇ ਅਸੀਂ ਚੱਲਦੇ ਹਾਂ ਕੋਰੜਾ ਛੰਦ 'ਤੇ। ਕੋਰੜਾ ਜੋ ਹੈ ਇੱਕ ਵਰਨਿਕ ਛੰਦ ਹੈ। ਜੋ ਧਿਆਨ ਦੇਣ ਯੋਗ ਨੁਕਤਾ ਹੈ ਕਿ ਕੋਰੜਾ ਵਰਨਿਕ ਛੰਦ ਹੈ। ਵਰਨਿਕ ਭਾਵ ਜਿਸ ਦੇ ਵਿੱਚ ਵਰਣ ਗਿਣੇ ਜਾਂਦੇ ਹਨ। ਵਰਨ ਜਿਵੇਂ ਊੜੇ ਤੋਂ ਲੈ ਕੇ ੜਾੜੇ ਤੱਕ 35 ਅੱਖਰੀ, ਅਤੇ ਫਾਰਸੀ ਦੇ ਅੱਖਰ ਮਿਲਾ ਕੇ 42 ਬਣ ਜਾਂਦੇ ਹਨ। ਸੋ ਕੋਰੜਾ ਵਰਨਿਕ ਛੰਦ ਹੈ। ਇਸ ਦੀਆਂ ਵੀ 4 ਤੁਕਾਂ ਹਨ। ਵਿਸ਼ਰਾਮ ਜੋ ਹੈ 13 ਜਮ੍ਹਾਂ ਜਾਂ 14 ਵਰਨਾਂ 'ਤੇ ਆਉਂਦਾ ਹੈ। 13 ਜਾਂ 14 ਵਰਨਾਂ ਤੋਂ ਭਾਵ ਹੈ ਜੇਕਰ ਵਿਸ਼ਰਾਮ ਇਸ ਦੀਆਂ 13 ਜਾਂ 14 ਇਸ ਦੇ ਵਿੱਚ ਵਰਨ ਹਨ, ਮਾਫ ਕਰਨਾ, 13 ਜਾਂ 14 ਕੁੱਲ ਵਰਨ ਹਨ, ਜਿਹਦੇ ਵਿੱਚ ਵਿਸ਼ਰਾਮ ਜੋ ਹੈ 6 ਜਮ੍ਹਾਂ 7 'ਤੇ ਆਉਂਦਾ ਹੈ। 6 ਜਮ੍ਹਾਂ 7 ਤੋਂ ਭਾਵ ਹੈ ਜੇਕਰ ਮਾਤਰਾ ਵਰਨ ਇਹਦੇ ਵਿੱਚ 13 ਹਨ
ਤੇ ਵਿਸ਼ਰਾਮ 6 ਜਮਾ 7 ਤੇ ਆਏਗਾ। ਜੇਕਰ ਵਰਨ ਇਸ ਦੇ ਵਿੱਚ 14 ਹਨ ਤੇ ਵਿਸ਼ਰਾਮ ਦੋਵੇਂ 7 ਜਮਾ 7 ਤੇ ਆ ਜਾਣਗੇ। ਸੋ ਇਹਦੇ ਵਿੱਚ ਵਰਨ ਅਸੀਂ ਗਿਣਨੇ ਨੇ 1 2 3 4 5 6। ਕਦੇ ਵੀ 1 2 3 4 5 ਤੇ 6 ਹੋ ਗਏ। ਫਿਰ ਪੈਣਾ 2 3 4 5 6 ਤੇ 7। ਸੋ ਪਹਿਲੀ ਤੁਕ ਜੋ ਹੈ 6 ਜਮਾ 7 ਤੇ ਵਿਸ਼ਰਾਮ ਆ ਰਿਹਾ ਹੈ। ਇਸੇ ਤਰ੍ਹਾਂ ਸਾਰੀਆਂ ਤੁਕਾਂ ਦੇ ਵਿੱਚ 6 ਜਮਾ 7 6 ਜਮਾ 7 ਦਾ ਜੋ ਫਾਰਮੂਲਾ ਹੈ ਇਹਨੂੰ ਤੁਸੀਂ ਖੁਦ ਲਗਾ ਕੇ ਵੇਖ ਸਕਦੇ ਹੋ। ਲੱਡੂ ਪੇੜੇ ਖਾਣੇ ਮੂਲ ਨਾ ਉਧਾਰ ਦੇ, ਵਾਦੀ ਨਾ ਉਧਾਰ ਵਾਲੀ ਤੁਸਾਂ ਧਾਰਨੀ, ਲੱਖ ਦੀ ਜੇ ਗੱਲ ਕਦੇ ਨਾ ਵਿਸਾਰਨੀ। ਇਹ ਸਾਰੀਆਂ ਜਿਹੜੀਆਂ ਤੁਕਾਂ ਨੇ ਇਹਨਾਂ ਦੇ ਵਿੱਚ 6 ਜਮਾ 7 6 ਜਮਾ 7 6 ਜਮਾ 7 ਭਾਵ ਇਹ 13 ਮਾਤਰਾ ਵਾਲਾ ਉਦਾਹਰਨ ਜਿਹੜਾ ਹੈ ਅਸੀਂ ਪੇਸ਼ ਕਰ ਦਿੱਤਾ ਹੈ। ਤੇ ਇਹਦੀ ਖੂਬੀ ਇਹ ਹੈ ਕਿ ਕੋਰੜਾ ਇੱਕ ਵਰਨਿਕ ਛੰਦ ਹੈ। ਇਸ ਤੋਂ ਅੱਗੇ ਹੈ ਕਵਿਤ ਛੰਦ। ਕਵਿਤ ਛੰਦ ਜੋ ਹੈ ਇਹਦੇ ਵਿੱਚ ਇਹ ਵੀ ਵਰਨਿਕ ਛੰਦ ਹੈ। ਕਵਿਤ ਛੰਦ ਵਰਨਿਕ ਛੰਦ ਹੈ ਔਰ ਇਸ ਦੇ ਵਿੱਚ ਵਰਨਾਂ ਦੀ ਗਿਣਤੀ ਹੁੰਦੀ ਹੈ। 4 ਤੁਕਾਂ ਹਨ। ਵਰਨ 31 ਜਾਂ 32 ਵਰਨ ਹਨ ਇਸ ਦੇ ਵਿੱਚ ਤੇ ਵਿਸ਼ਰਾਮ 8 ਜਮਾ 8 ਤੇ ਭਾਵ ਜੇਕਰ ਵਰਨ 31 ਹਨ ਤੇ ਵਿਸ਼ਰਾਮ 8 ਜਮਾ 8 ਜਮਾ 8 ਜਮਾ 7 ਤੇ ਆ ਜਾਏਗਾ। ਜੇਕਰ ਵਰਨ 32 ਹਨ ਤੇ ਚਾਰੋਂ ਵਿਸ਼ਰਾਮ 8 8 ਤੇ ਆਉਣਗੇ। ਜਿਵੇਂ ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਇਹਦੇ ਵਿੱਚ 1 2 3 4 5 6 ਤੇ 7 8 ਪਹਿਲੀ ਸਤਰ ਦੇ ਵਿੱਚ 8 ਨੇ। 1 2 3 4 5 6 7 8 ਦੂਸਰੀ ਵਿੱਚ 8 1 2 3 4 5 6 7 ਤੇ 8 ਫਿਰ 1 2 3 4 5 6 7 ਤੇ 8। ਸੋ ਇਹ 32 ਵਰਨਾਂ ਵਾਲਾ ਉਦਾਹਰਨ ਅਸੀਂ ਪੇਸ਼ ਕੀਤਾ ਹੈ ਕਵਿਤ ਛੰਦ ਦਾ। ਇਸ ਤੋਂ ਬਾਅਦ ਆ ਜਾਂਦਾ ਹੈ ਸਵਈਆ ਛੰਦ। ਸਵਈਆ ਦੇ 2 ਰੂਪ ਹਨ, ਇੱਕ ਮਾਤਰਿਕ ਸਵਈਆ ਹੈ ਤੇ ਦੂਸਰਾ ਵਰਨਿਕ ਸਵਈਆ। ਹੁਣ ਯਾਨੀ ਕਿ ਇੱਕ ਤਾਂ ਕਵਿਤ ਛੰਦ, ਇੱਕ ਕੋਰੜਾ ਛੰਦ, ਯਾਨੀ ਕਿ ਕੱਕੇ ਤੋਂ ਸ਼ੁਰੂ ਹੋਣ ਵਾਲੇ ਦੋਵੇਂ ਛੰਦ ਜਿਹੜੇ ਹਨ ਉਹ ਵਰਨਿਕ ਹਨ ਤੇ ਸਵਈਆ ਜੋ ਹੈ ਅੱਧਾ ਵਰਨਿਕ ਹੈ ਤੇ ਅੱਧਾ ਮਾਤਰਿਕ ਹੈ। ਸੋ ਇਸ ਤਰ੍ਹਾਂ ਕੁੱਲ 2.5 ਛੰਦ ਜਿਹੜੇ ਨੇ ਸਾਡੇ ਕੋਲ ਵਰਨਿਕ ਹੋ ਗਏ ਤੇ ਬਾਕੀ ਸਾਰੇ ਛੰਦ ਜਿਹੜੇ ਨੇ ਉਹ ਮਾਤਰਿਕ ਹੋ ਗਏ। ਇਹ ਧਿਆਨ ਦੇਣ ਯੋਗ ਨੁਕਤਾ ਹੈ। ਸੋ ਮਾਤਰਿਕ ਸਵਈਆ ਜੋ ਹੈ ਇਹਦੇ ਵਿੱਚ 31 ਮਾਤਰਾ ਹੁੰਦੀਆਂ ਹਨ। ਵਿਸ਼ਰਾਮ 16 ਜਮਾ 15 ਤੇ ਆਉਂਦਾ ਹੈ ਤੇ ਤੁਕਾਂਤ ਇਸ ਦਾ ਮਿਲਦਾ ਹੈ। ਬਹਿਣਾ ਉਸ ਕੋਲ ਲਖੇ ਗੁਣ ਨੂੰ, ਗੁਣ ਨੂੰ ਨਾ ਲਖੇ ਤਦ ਕੀ ਬਹਿਣਾ, ਕਹਿਣਾ ਉਸ ਨੂੰ ਜੋ ਕਰੇ ਕਹਿਣਾ, ਕਹਿਣਾ ਨਾ ਕਰੇ ਤਦ ਕੀ ਕਹਿਣਾ। ਸੋ ਇਹਦੇ ਵਿੱਚ ਅਸੀਂ ਵਰਨ ਦਾ ਉਦਾਹਰਨ ਦਿੱਤਾ ਹੈ। ਇਹ ਵਰਨਿਕ ਸਵਈਆ ਹੈ। ਵਰਨਿਕ ਸਵਈਆ ਦੇ ਵਿੱਚ ਜਿਸ ਦੇ ਵਿੱਚ 24 ਵਰਨ ਹਨ, ਦੋਹਾਂ ਸਤਰਾਂ ਦੇ ਵਿੱਚ 12 ਜਮਾ 12 ਫਿਰ 12 ਜਮਾ 12 ਤੇ ਵਿਸ਼ਰਾਮ ਆ ਰਿਹਾ ਹੈ ਤੇ ਕੁੱਲ ਇਸ ਦੇ ਵਿੱਚ 24 ਵਰਨ ਹਨ। ਇਸ ਤੋਂ ਅੱਗੇ ਆ ਜਾਂਦਾ ਹੈ ਸਿਰਖੰਡੀ ਛੰਦ। ਸਿਰਖੰਡੀ ਸਭ ਤੋਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਤਕਨੀਕੀ ਬਣਤਰ ਵਾਲਾ ਛੰਦ ਹੈ, ਕਿਉਂਕਿ ਚੰਡੀ ਦੀ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪੌੜੀਆਂ ਦੇ ਵਿੱਚ ਜੋ ਲਿਖੀ ਹੈ ਉਸ ਦੇ ਵਿੱਚ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਹੈ। ਇਹ ਸਿਰਖੰਡੀ ਛੰਦ ਦੇ ਕਈ ਰੂਪ ਹਨ, ਜਿਵੇਂ 21 ਮਾਤਰਾ ਵਾਲਾ ਸਿਰਖੰਡੀ ਛੰਦ ਵੀ ਹੈ, 23 ਵਾਲਾ ਵੀ ਹੈ, 21 ਵਾਲਾ। ਇੱਥੇ 21 21 2 ਤੋਂ ਦੇਣ ਦਾ ਭਾਵ ਹੈ ਕਿ ਵਿਸ਼ਰਾਮ 19 ਜਮਾ 21 ਤੇ ਵੀ ਆਉਂਦਾ ਹੈ, 12 ਜਮਾ 9 ਤੇ ਵੀ ਆਉਂਦਾ ਹੈ ਤੇ 9 ਜਮਾ 12 ਤੇ ਵੀ ਆਉਂਦਾ ਹੈ। ਇਹ 2 21 21 ਇਸ ਤਰ੍ਹਾਂ ਹਨ। ਇੱਕ ਵਿਸ਼ਰਾਮ ਇੱਕ ਸਿਰਖੰਡੀ ਛੰਦ ਦਾ ਰੂਪ 23 ਵਾਲਾ ਹੈ, ਇੱਕ 20 ਵਾਲਾ ਹੈ, 2 21 21 ਵਾਲੇ ਹਨ। ਇਹ ਵੀ ਮਾਤਰਿਕ ਛੰਦ ਹੈ, ਇਹਦੇ ਵਿੱਚ ਮਾਤਰਾ ਗਿਣੀਆਂ ਜਾਂਦੀਆਂ ਹਨ। ਤੇ ਸਿਰਖੰਡੀ ਛੰਦ ਦੇ ਵਿੱਚ ਤੁਕਾਂਗ, ਤੁਕਾਂਗ ਤੋਂ ਭਾਵ ਹੈ ਤੁਕ ਦਾ ਇੱਕ ਅੰਗ। ਤੁਕ ਦਾ ਪਹਿਲਾ ਅੰਗ ਕਹਿ ਲਓ, ਜਿਵੇਂ ਚੋਟ ਪਈ ਖਰਚਾਮੀ, ਘੇਰ ਲਈ ਵਰਿਆਮੀ, ਰਾਕਸ਼ ਵੱਡੇ ਆਲਾਮੀ,
ਤੇ ਅੰਤ ਹੋਏ ਸੁਰਗਾਮੀ। ਇਹ ਖਰਚਾਮੀ, ਵਰਿਆਮੀ, ਆਲਾਮੀ ਤੇ ਸੁਰਗਾਮੀ ਇਹ ਇਸ ਦਾ ਤੁਕਾਂਗ ਹੈ, ਯਾਨੀ ਕਿ ਤੁਕ ਦਾ ਇੱਕ ਅੰਗ ਹੈ। ਤੁਕ ਦਾ ਇੱਕ ਅੰਗ ਹੋਣ ਕਰਕੇ ਇਸ ਨੂੰ ਤੁਕਾਂਗ ਕਿਹਾ ਜਾਂਦਾ ਹੈ। ਸੋ ਚੋਟ ਪਈ ਖਰਚਾਮੀ ਦਲਾਂ ਮੁਕਾਬਲਾ, ਘੇਰ ਲਈ ਵਰਿਆਮੀ ਦੁਰਗਾ ਆਏ ਕੇ, ਰਾਕਸ ਵੱਡੇ ਆਲਾਮੀ ਭੱਜ ਨਾ ਜਾਣਦੇ, ਅੰਤ ਹੋਏ ਸੁਰਗਾਮੀ ਮਾਰੇ ਦੇਵਤੇ। ਸੋ ਇੱਥੇ ਕੀ ਹੈ, ਤੁਕਾਂਤ ਨਹੀਂ ਮਿਲ ਰਿਹਾ। ਤੁਕਾਂਤ ਤੋਂ ਭਾਵ ਹੈ ਤੁਕ ਦਾ ਅੰਤ ਨਹੀਂ ਮਿਲ ਰਿਹਾ, ਜਿਵੇਂ ਮੁਕਾਬਲਾ, ਆਏ ਕੇ, ਜਾਣਦੇ, ਦੇਵਤੇ, ਕੁਝ ਆਪਸ ਦੇ ਵਿੱਚ ਮੇਲ ਨਹੀਂ ਹੈ। ਸੋ ਇਹ ਤੁਕਾਂਤ ਹੈ, ਇਸ ਦਾ ਤੁਕਾਂਤ। ਔਰ ਪਹਿਲਾ ਅੰਗ ਜੋ ਹੈ ਇਹ ਹੈ ਤੁਕਾਂਗ। ਉਮੀਦ ਹੈ ਕਿ ਇਹ ਸੁਰਖੰਡੀ ਛੰਦ ਬਹੁਤ ਚੰਗੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ। ਔਰ ਇਸ ਦੇ ਜੋ 4 ਰੂਪ ਹਨ, ਚਾਰਾਂ ਦੇ ਬਾਰੇ ਅਸੀਂ ਅਲੱਗ-ਅਲੱਗ ਉਦਾਹਰਨਾਂ ਦੇਣੀਆਂ ਹਨ, ਕਿਉਂਕਿ ਇੱਥੇ ਬਹੁਤ ਜ਼ਿਆਦਾ ਲੰਬਾ ਵੀਡੀਓ ਹੋ ਜਾਏਗਾ, ਇਸ ਲਈ ਸਿਰਫ ਇੱਕੋ ਹੀ ਮਿਸਾਲ ਇਹਦੇ ਵਿੱਚ ਪੇਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਬੈਂਤ ਛੰਦ। ਬੈਂਤ ਛੰਦ ਜੋ ਹੈ ਸਭ ਤੋਂ ਹਰਮਨ ਪਿਆਰਾ ਛੰਦ ਕਹਿ ਸਕਦੇ ਹਾਂ ਅਸੀਂ, ਕਿਉਂਕਿ ਵਾਰਿਸ ਸ਼ਾਹ ਨੇ, ਜੋ ਵਾਰਿਸ ਨੇ ਹੀਰ ਲਿਖੀ ਹੈ ਉਹ ਬੈਂਤ ਛੰਦ ਦੇ ਵਿੱਚ ਹੈ। ਔਰ ਵਾਰਿਸ, ਹੀਰ ਤੇ ਬੈਂਤ ਇਹ ਤਿੰਨੋਂ ਜੋ ਹਨ ਇੱਕ ਦੂਜੇ ਦੇ ਵਿੱਚ ਸਮਾ ਗਏ ਹਨ ਕਹਿ ਸਕਦੇ ਹਾਂ, ਕਿਉਂਕਿ ਇਹਨਾਂ ਤਿੰਨਾਂ ਤੋਂ ਬਿਨਾਂ ਇੱਕ ਦੂਜੇ ਦੀ ਕਲਪਨਾ ਕੀਤੀ ਵੀ ਨਹੀਂ ਜਾ ਸਕਦੀ। ਜੇ ਵਾਰਿਸ ਦਾ ਜ਼ਿਕਰ ਆਏਗਾ ਤੇ ਹੀਰ ਦਾ ਵੀ ਆਏਗਾ, ਤੇ ਜੇ ਹੀਰ ਦਾ ਤੇ ਵਾਰਿਸ ਦਾ ਆਏਗਾ ਤੇ ਨਾਲ ਬੈਂਤ ਦਾ ਵੀ ਆਏਗਾ। ਭਾਵ ਇਹ ਤਿੰਨੋਂ ਜਿਹੜੇ ਹਨ ਇਹਨਾਂ ਨੇ ਬੈਂਤ ਛੰਦ ਨੂੰ ਚਮਕਾ ਦਿੱਤਾ ਹੈ। ਬੈਂਤ ਛੰਦ ਨੇ ਵਾਰਿਸ ਦੀ ਹੀਰ ਨੂੰ, ਤੇ ਹੀਰ ਨੇ ਵਾਰਿਸ ਤੇ ਬੈਂਤ ਨੂੰ, ਤੇ ਵਾਰਿਸ ਨੇ ਹੀਰ ਤੇ ਬੈਂਤ ਨੂੰ, ਯਾਨੀ ਕਿ ਤਿੰਨੋਂ ਇੱਕ ਦੂਜੇ ਦੇ ਪੂਰਕ ਹਨ। ਬੈਂਤ ਮਾਤ੍ਰਿਕ ਛੰਦ ਹੈ, ਇਸ ਵਿੱਚ 40 ਮਾਤਰਾ ਹੁੰਦੀਆਂ ਹਨ, ਤੇ ਵਿਸ਼ਰਾਮ 20 ਤੇ ਵੀ ਆਉਂਦਾ ਹੈ, 21 ਤੇ ਵੀ ਆਉਂਦਾ ਹੈ, ਤੇ 19 ਤੇ ਵੀ ਆਉਂਦਾ ਹੈ। ਭਾਵ ਸਿਰਖੰਡੀ ਵਾਂਗ ਬੈਂਤ ਦੇ ਵੀ ਕਈ ਰੂਪ ਹਨ। ਇਹਦੇ ਵਿੱਚ ਇੱਕ ਰੂਪ ਜੋ ਹੈ ਅਸੀਂ ਇਹਦੇ ਵਿੱਚ ਲਿਆ ਹੈ ਮਾਤ੍ਰਿਕ ਛੰਦ ਦਾ, ਕਿਉਂਕਿ ਬੈਂਤ ਹੈ ਹੀ ਮਾਤ੍ਰਿਕ ਛੰਦ ਹੈ। ਹੀਰ ਆਖਦੀ ਜੋਗੀਆ ਝੂਠ ਬੋਲੇ, ਕਿਹੜਾ ਰੁੱਠੜੇ ਯਾਰ ਮਿਲਾਉਂਦਾ ਏ, ਇਹਾ ਕੋਈ ਨਾ ਡਿੱਠਾ ਮੈਂ ਢੂੰਡ ਥੱਕੀ, ਜਿਹੜਾ ਗਇਆਂ ਨੂੰ ਮੋੜ ਲਿਆਉਂਦਾ ਏ। ਸੋ ਇਹਦੇ ਵਿੱਚ ਮਾਤਰਾ ਲਗਾਈਆਂ ਨਹੀਂ ਜਾ ਰਹੀਆਂ, ਵਕਤ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਇਹਦੇ ਵਿੱਚ ਮਾਤਰਾ ਤੁਸੀਂ ਆਪ ਲਾ ਕੇ ਇਸ ਦੀ ਪ੍ਰੈਕਟਿਸ ਕਰ ਸਕਦੇ। ਹੁਣ ਅਸੀਂ ਚਰਚਾ ਕਰਾਂਗੇ ਡਿਉੜ ਛੰਦ ਦੀ। ਡਿਉੜ ਮਾਤ੍ਰਿਕ ਛੰਦ ਹੈ। ਇਸ ਦੇ ਵਿੱਚ ਜੋ ਤੁਕਾਂ ਹੁੰਦੀਆਂ ਹਨ ਉਹ 3 ਹਨ, ਤੇ ਵਿਸ਼ਰਾਮ 16 ਜਮਾ 12 ਜਮਾ 8 ਤੇ ਆਉਂਦਾ ਹੈ, ਤੇ ਕੁੱਲ ਮਾਤਰਾ 36 ਹੁੰਦੀਆਂ ਹਨ। ਜਿਵੇਂ ਤੇਰੇ ਘਰ ਵਿੱਚ ਭੜਥੂ ਪਾ ਕੇ, ਆਖਰ ਨੂੰ ਤੁਰ ਜਾਣਾ ਮੁੜ ਨਾ ਆਣਾ। ਪਹਿਲੇ ਸਤਰ ਤੇਰੇ ਘਰ ਵਿੱਚ ਭੜਥੂ ਪਾ ਕੇ 16 ਮਾਤਰਾ ਹਨ, ਆਖਰ ਨੂੰ ਤੁਰ ਜਾਣਾ 12 ਮਾਤਰਾ, ਤੇ ਮੁੜ ਨਾ ਆਣਾ ਦੇ ਵਿੱਚ 8 ਮਾਤਰਾ। ਟੋਟਲ ਹੋ ਗਈਆਂ 36 ਮਾਤਰਾ। ਇਸ ਤੋਂ ਬਾਅਦ ਆ ਜਾਂਦਾ ਹੈ ਚੌਪਈ ਛੰਦ। ਚੌਪਈ ਛੰਦ ਜੋ ਹੈ ਇਸ ਦੇ ਵਿੱਚ ਅਸੀਂ ਇਹਨੂੰ ਵੀ ਮਾਤ੍ਰਿਕ ਛੰਦ ਮੰਨਦਿਆਂ ਹੋਇਆਂ ਮਾਤਰਾਵਾਂ ਦੀ ਗਿਣਤੀ ਕਰਦੇ ਹਾਂ। ਇਸ ਦੀਆਂ ਜੋ ਤੁਕਾਂ ਹੁੰਦੀਆਂ ਹਨ 4, ਕਿਉਂਕਿ ਅਸੀਂ ਸਿਰਫ 2 ਦੀਆਂ ਤੁਕਾਂ ਨੂੰ ਮਿਸਾਲ ਦੇ ਵਜੋਂ ਲਿਆ ਹੈ, ਇਸ ਦੀਆਂ 2 ਤੁਕਾਂ ਨੂੰ। ਇਹ ਵੀ ਮਾਤ੍ਰਿਕ ਛੰਦ ਹੈ। ਮਾਤਰਾ ਇਸ ਦੇ ਵਿੱਚ ਕਿੰਨੀਆਂ ਹੁੰਦੀਆਂ ਹਨ? 15 ਜਾਂ 16। ਭਾਵ ਜੇਕਰ ਇਸ ਦੇ ਵਿੱਚ 15 ਮਾਤਰਾ ਹਨ ਤੇ ਵਿਸ਼ਰਾਮ 8 ਜਮਾ 7 ਤੇ ਆਏਗਾ, ਜੇਕਰ 16 ਮਾਤਰਾ ਹਨ ਤੇ ਵਿਸ਼ਰਾਮ 8 ਜਮਾ 8 ਤੇ ਆਏਗਾ। ਜਿਵੇਂ ਜਦ ਤੋਂ ਵੀਰਾ ਦੂਰ ਗਿਆ ਏ, ਦਿਲ ਮੇਰਾ ਕਰ ਚੂਰ ਗਿਆ ਏ। 1 2 ਗੁਰੂ ਹੈ ਐਸ, ਸੋ ਇਹ ਕਿੰਨੀਆਂ ਬਣ ਗਈਆਂ? 2 4 6 7 ਤੇ 8। ਫਿਰ ਹੈ ਦੂਰ ਦੇ ਵਿੱਚ 3 ਮਾਤਰਾ, ਗਿਆ ਦੇ ਵਿੱਚ 3 ਮਾਤਰਾ, ਤੇ ਦੇ ਵਿੱਚ 2 ਮਾਤਰਾ। 2 3 4 5 6 7 ਤੇ 8। ਇਸ ਤਰ੍ਹਾਂ ਇਹ ਦੋਵੇਂ ਵਿਸ਼ਰਾਮ ਜਿਹੜੇ ਨੇ 8 ਜਮਾ 8 ਤੇ ਆ ਰਹੇ ਨੇ। ਦਿਲ ਮੇਰਾ ਕਰ, ਇਹ ਮੁਕਤਾ ਹੋਣ ਕਰਕੇ ਗੁਰੂ ਹੈ, ਮੇ ਤੇ ਰਾ ਵੀ ਗੁਰੂ ਹੈ, ਇਹ ਦੋਵੇਂ ਮੁਕਤੇ ਹਨ। 2 ਤੇ 4 6 ਤੇ 2 8। ਇਸੇ ਤਰ੍ਹਾਂ ਚੂਰ ਦੇ ਵਿੱਚ ਐਸ ਦਾ ਸਾਈਨ ਹੈ, ਰਾਰਾ ਮੁਕਤਾ ਹੈ। ਫਿਰ ਇਹ ਆ ਜਾਂਦੀਆਂ ਹਨ 8 ਮਾਤਰਾ।
ਸੋ ਇਸ ਤਰ੍ਹਾਂ ਇਹ ਵੀ ਬਹੁਤ ਚੰਗੀ ਤਰ੍ਹਾਂ ਸਪਸ਼ਟ ਹੋ ਗਿਆ ਹੋਵੇਗਾ। ਮਾਤਰਿਕ ਛੰਦ ਚੌਪਈ ਜੋ ਹੈ ਮਾਤਰਿਕ ਛੰਦ ਹੋਣ ਕਰਕੇ ਸਾਰੀਆਂ ਜੋ ਮਾਤਰਾਵਾਂ ਨੇ ਛੰਦਾਂ ਦੀਆਂ ਇੱਕੋ ਢੰਗ ਦੇ ਨਾਲ ਇਹਨਾਂ ਨੂੰ ਗਿਣਨਾ ਹੈ। ਸਿਰਫ ਇਹ ਪਤਾ ਹੋਣਾ ਚਾਹੀਦਾ ਕਿ ਮਾਤਰਾ ਅਸੀਂ ਕਿਹੜੀ ਲਘੂ ਹੈ, ਕਿਹੜੀ ਗੁਰੂ ਹੈ, ਕਿਹਦਾ ਸਾਈਨ ਆਈ ਹੈ ਅਤੇ ਕਿਹਦਾ ਸਾਈਨ ਐਸ ਹੈ, ਕਿਹੜਾ ਛੰਦ ਵਰਨਿਕ ਹੈ ਅਤੇ ਕਿਹੜਾ ਛੰਦ ਮਾਤਰਿਕ ਹੈ। ਜਦੋਂ ਇਹ ਗੱਲ ਸਪਸ਼ਟ ਹੋਏਗੀ ਤੇ ਕਿਸੇ ਵੀ ਤਰ੍ਹਾਂ ਦੀ ਛੰਦ ਦੇ ਬਾਰੇ ਚਰਚਾ ਕਰਦਿਆਂ ਹੋਇਆਂ ਕਿਸੇ ਵਿਦਿਆਰਥੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ। ਉਮੀਦ ਹੈ ਕਿ ਛੰਦ ਬਾਰੇ ਤੁਸੀਂ ਬਹੁਤ ਹੀ ਚੰਗੀ ਤਰ੍ਹਾਂ ਸਪਸ਼ਟ ਹੋ ਗਏ ਹੋਵੋਗੇ। ਫਿਰ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਸ਼ੰਕਾ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਿਵਰਤੀ ਕਰਵਾ ਸਕਦੇ ਹੋ। ਧੰਨਵਾਦ।